पंजाब कैबिनेट ने नवी स्क्रैप पॉलिसी ਨੂੰ ਦਿੱਤੀ ਮਨਜ਼ੂਰੀ। 15 ਸਾਲ ਪੁਰਾਣੇ ਵਾਹਨ ਸਕ੍ਰੈਪ ਕਰਾਉਣ ਤੇ ਨਵੀਂ ਗੱਡੀ ਦੇ ਰਜਿਸਟ੍ਰੇਸ਼ਨ ਦੇ ਮਿਲੇਗਾ ਲਾਹਾ। ਸਕੂਲਾਂ ਦੇ ਵਿੱਚ ਸਫਾਈ ਤੇ ਸੁਰੱਖਿਆ ਦੇ ਲਈ 33 ਕਰੋੜ ਰੁਪਏ ਜਾਰੀ ਕਰਨ ਨੂੰ ਵੀ ਮਿਲੀ ਪ੍ਰਵਾਨਗੀ। ਭਾਰੀ ਹੰਗਾਮੇ ਕਰਕੇ ਅੱਜ ਨਹੀਂ ਹੋ ਸਕੀ ਦਿੱਲੀ ਦੇ ਮੇਅਰ ਦੀ ਚੋਣ। ਸਦਨ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕੌਂਸਲਰਾਂ ਦੇ ਵਿਚਾਲੇ ਹੋਈ ਜ਼ਬਰਦਸਤ ਧੱਕਾ ਮੁੱਕੀ। ਮੁਲਤਵੀ ਕਰਨੀ ਪਈ ਹਾਊਸ ਦੀ ਕਾਰਵਾਈ। DSTMC ਨੇ ਸਰਨਾ ਭਰਾਵਾਂ ਦੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦਿੱਤੀ ਸ਼ਿਕਾਇਤ। ਸਿੱਖ ਕੌਮ ਵਿਰੋਧੀ ਕੰਮਾਂ ਦਾ ਲਾਇਆ ਇਲਜ਼ਾਮ। ਪੰਚੋ ਛੇਕਣ ਦੀ ਕੀਤੀ ਮੰਗ ਤਾਂ ਸਰਨਾ ਬੋਲੇ ਮੇਰੇ ਤੇ ਲਾਏ ਜਾ ਰਹੇ ਝੂਠੇ ਇਲਜ਼ਾਮ। ਪੰਜਾਬ ਦੇ ਵਿੱਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਤੇ। ਚੰਡੀਗੜ੍ਹ ਦੇ ਵਿੱਚ ਹੋਈ ਮੀਟਿੰਗ ਦੇ ਵਿੱਚ ਵੜਿੰਗ ਸਣੇ ਸੀਨੀਅਰ ਕਾਂਗਰਸੀ ਹੋਏ ਸ਼ਾਮਿਲ। ਵੜਿੰਗ ਨੇ ਕਿਹਾ ਸਿਆਸਤ ਨਹੀਂ, ਲੋਕਾਂ ਨੂੰ ਇਕਜੁੱਟ ਕਰਨਾ ਯਾਤਰਾ ਦਾ ਮਕਸਦ। ਵਿਧਾਇਕ ਰਮਨ ਅਰੋੜਾ ਦੇ ਨਾਂ ਤੇ ਠੱਗੀ ਮਾਰਨ ਵਾਲਾ ਮੁਲਜ਼ਮ ਕਾਬੂ। ਮੋਹਾਲੀ ਦਾ ਰਹਿਣ ਵਾਲਾ ਹੈ ਮੁਲਜ਼ਮ ਪਲਵਿੰਦਰ ਸਿੰਘ। ਫੋਨ ਤੇ ਵਿਧਾਇਕ ਬਣ ਕੇ ਮੰਗਦਾ ਸੀ ਪੈਸੇ। ਨਿਊਜ਼ 18 ਪੰਜਾਬ ਹਰਿਆਣਾ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨਦੀਪ ਚੌਹਾਨ। ਵਕਤ 6 ਵਜੇ ਦਾ ਹੈ ਤੇ 6 ਵਜੇ ਤੁਹਾਨੂੰ ਦੱਸਦੇ ਹਾਂ 6 ਵਜੇ ਦੀ 6 ਬਿਗ ਬ੍ਰੇਕਿੰਗ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ 6ਵੀਂ ਵੱਡੀ ਖਬਰ ਦੇ ਨਾਲ ਜਿਹੜੀ ਸਾਹਮਣੇ ਆਈ ਹੈ ਪਟਿਆਲਾ ਤੋਂ। ਪਟਿਆਲਾ ਦੇ ਵਿੱਚ ਪ੍ਰੋਫੈਸਰ ਦੀ ਹਾਲਤ ਵਿਗੜੀ ਹੈ। ਠੰਡ ਕਰਕੇ ਪ੍ਰਦਰਸ਼ਨਕਾਰੀ ਪ੍ਰੋਫੈਸਰ ਦੀ ਸਿਹਤ ਵਿਗੜਦੀ ਹੋਈ ਨਜ਼ਰ ਆਈ ਹੈ। ਸਾਥੀਆਂ ਨੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਪ੍ਰੋਫੈਸਰ ਨੂੰ। 6ਵੀਂ ਬਿਗ ਬ੍ਰੇਕਿੰਗ ਪਟਿਆਲਾ ਤੋਂ। 25 ਦਿਨ ਤੋਂ ਧਰਨਾ ਦੇ ਰਹੇ ਨੇ ਕੱਚੇ ਤੌਰ ਤੇ ਰੱਖੇ ਗਏ ਪ੍ਰੋਫੈਸਰ ਤੇ ਪ੍ਰੋਫੈਸਰ ਦੀ ਹਾਲਤ ਵਿਗੜੀ ਹੈ ਔਰ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕੀਤਾ ਗਿਆ ਹੈ। ਠੰਡ ਕਰਕੇ ਇਸ ਪ੍ਰੋਫੈਸਰ ਦੀ ਹਾਲਤ ਵਿਗੜ ਗਈ। ਉਸ ਨੂੰ ਹਸਪਤਾਲ ਵਿੱਚ ਦਾਖਲ ਕੀਤਾ ਗਿਆ। ਨਿੱਜੀ ਹਸਪਤਾਲ ਉਸ ਨੂੰ ਲਿਜਾਇਆ ਗਿਆ। 25 ਦਿਨਾਂ ਤੋਂ ਧਰਨਾ ਦੇ ਰਹੇ ਸਨ ਕੱਚੇ ਪ੍ਰੋਫੈਸਰ ਤੇ ਕੱਚੇ ਪ੍ਰੋਫੈਸਰਾਂ ਦੇ ਇਸ ਧਰਨੇ ਦੌਰਾਨ ਇੱਕ ਪ੍ਰੋਫੈਸਰ ਦੀ ਹਾਲਤ ਵਿਗੜੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਇਹ ਧਰਨਾ ਚੱਲ ਰਿਹਾ ਸੀ। ਠੰਡ ਕਰਕੇ ਪ੍ਰਦਰਸ਼ਨਕਾਰੀ ਪ੍ਰੋਫੈਸਰ ਦੀ ਹਾਲਤ ਵਿਗੜ ਗਈ, ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ। ਤੇ 6 ਵਜੇ ਦੀ 5ਵੀਂ ਬਿਗ ਬ੍ਰੇਕਿੰਗ ਤੁਹਾਨੂੰ ਦੱਸਦੇ ਹਾਂ। ਵਿਧਾਇਕ ਦੇ ਨਾਂ ਤੇ ਠੱਗੀ ਮਾਰਨ ਵਾਲਾ ਗ੍ਰਿਫਤਾਰ ਕੀਤਾ ਗਿਆ ਹੈ। ਵਿਧਾਇਕ ਰਮਨ ਅਰੋੜਾ ਬਣ ਕੇ ਠੱਗੀ ਕਰਦਾ ਸੀਗਾ ਇਹ ਸ਼ਖਸ। ਫੋਨ ਦੇ ਜ਼ਰੀਏ ਪੈਸੇ ਇਕੱਠੇ ਕਰਦਾ ਸੀ। ਜਲੰਧਰ ਪੁਲਿਸ ਨੇ ਭਲਿੰਦਰ ਸਿੰਘ ਨਾਂ ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ। ਭਲਿੰਦਰ ਸਿੰਘ ਨਾਂ ਦਾ ਇਹ ਸ਼ਖਸ ਫੋਨ ਦੇ ਜ਼ਰੀਏ ਪੈਸੇ ਇਕੱਠੇ ਕਰਦਾ ਸੀ ਔਰ 5ਵੀਂ ਬਿਗ ਬ੍ਰੇਕਿੰਗ ਹੈ 6 ਵਜੇ ਦੀ। ਭਲਿੰਦਰ ਸਿੰਘ ਨਾਂ ਦੇ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਜਿਹੜਾ ਮੋਹਾਲੀ ਦਾ ਰਹਿਣ ਵਾਲਾ ਹੈ। ਵਿਧਾਇਕ ਰਮਨ ਅਰੋੜਾ ਬਣ ਕੇ ਇਹ ਠੱਗੀ ਕਰਦਾ ਸੀ ਤੇ ਭਲਿੰਦਰ ਸਿੰਘ ਨਾਂ ਦੇ ਮੁਲਜ਼ਮ ਨੂੰ ਕਾਬੂ ਕੀਤਾ ਗਿਆ। ਮੋਬਾਈਲ ਟਰੈਕਿੰਗ ਦੇ ਜ਼ਰੀਏ ਮੁਲਜ਼ਮ ਦੀ ਗ੍ਰਿਫਤਾਰੀ ਹੋਈ ਹੈ। ਮੋਹਾਲੀ ਦਾ ਰਹਿਣ ਵਾਲਾ ਮੁਲਜ਼ਮ ਭਲਿੰਦਰ ਸਿੰਘ ਦੱਸਿਆ ਜਾ ਰਿਹਾ ਹੈ। 6 ਵਜੇ ਦੀ 5ਵੀਂ ਬਿਗ ਬ੍ਰੇਕਿੰਗ ਤੁਹਾਨੂੰ ਦੱਸ ਰਹੇ ਹਾਂ। ਮਾਲ ਰੋਡ ਬਠਿੰਡਾ ਤੋਂ ਇਹਨੇ ਉਹ ਸਿਮ ਖਰੀਦ ਕੀਤੀ ਸੀਗੀ ਜਿਹੜੀ ਸਿਮ ਦੇ ਉੱਤੋਂ ਇਹ ਕਾਲ ਕਰਕੇ ਭੋਲੇ ਭਾਲੇ ਲੋਕਾਂ ਨੂੰ ਇਹ ਦੱਸਦਾ ਸੀਗਾ ਕਿ ਮੈਂ ਅਰੋੜਾ ਜੀ ਦਾ ਪੀਏ ਬੋਲ ਰਿਹਾ ਹੈਗਾ ਮੈਂ। ਤੋ ਜਿਹੜਾ ਇਹ ਬੰਦਾ ਹੈਗਾ ਕਾਫੀ ਸ਼ਾਰਪ ਮਾਈਂਡਡ ਬੰਦਾ ਹੈਗਾ ਔਰ ਅਸੀਂ ਇਹਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਹੈਗਾ ਜੀ। ਸਰ ਇਹਦੇ ਕੋਈ ਹੋਰ ਸਾਥੀ ਵੀ ਸੀਗੇ? ਕਾਲ ਕਰ ਬੈਠਾ ਸੀ ਅੱਜ ਤੱਕ ਕਿੰਨੇ ਬੰਦਿਆਂ ਤੋਂ ਪੈਸੇ ਤੁਸੀਂ ਜਮਾ ਦਿੱਤੇ ਸੀ? ਜਿਹੜੀ ਹੁਣ ਤੱਕ ਦੀ ਇਹਦੀ ਪ੍ਰਾਇਮਰੀ ਇੰਟਰੋਗੇਸ਼ਨ ਅਸੀਂ ਕੀਤੀ ਆ ਉਹ ਫਿਲਹਾਲ ਅਜੇ ਇਹ ਇੰਨਾ ਕੀ ਮੰਨਿਆ ਹੈਗਾ ਕਿ ਜਿਹੜੀ ਇਹ ਮੈਂ ਕਾਲ ਕੀਤੀ ਸੀਗੀ ਮੈਂ ਫਿਲਹਾਲ ਸਿੰਗਲ ਕਾਲ ਕੀਤੀ ਸੀ, ਲੇਕਿਨ ਸਾਡੇ ਕੋਲੇ ਟੈਕਨੀਕਲੀ ਪ੍ਰੂਫ ਹੈਗਾ ਵਾ। ਤੇ ਚੌਥੀ ਬਿਗ ਬ੍ਰੇਕਿੰਗ ਦੀ ਗੱਲ ਕਰਦੇ ਹਾਂ 6 ਵਜੇ ਦੀ ਭਾਰਤ ਜੋੜੋ ਯਾਤਰਾ ਦੇ ਨਾਲ ਜੁੜੀ ਹੋਈ ਇਹ ਖਬਰ। ਭਾਰਤ ਜੋੜੋ ਯਾਤਰਾ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਤੇ ਨੇ। ਵੜਿੰਗ ਦੀ ਅਗਵਾਈ ਦੇ ਵਿੱਚ ਪੰਜਾਬ ਕਾਂਗਰਸ ਦੀ ਮੀਟਿੰਗ ਹੋਈ ਹੈ। ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਪੰਜਾਬ ਕਾਂਗਰਸ ਦੀ ਮੀਟਿੰਗ ਹੋਈ ਹੈ। ਰਜਿੰਦਰ ਕੌਰ ਪੱਠਲ, ਸ਼ਮਸ਼ੇਰ ਸਿੰਘ ਦੂਲੋ ਤੇ ਬਾਕੀ ਸਾਰੇ ਆਗੂ ਸ਼ਾਮਿਲ ਹੋਏ ਨੇ। ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕ ਕਰਨ ਦੇ ਲਈ ਇਹ ਯਾਤਰਾ ਹੈ। ਯਾਤਰਾ ਪਿੱਛੇ ਕੋਈ ਸਿਆਸੀ ਮਕਸਦ ਨਹੀਂ ਹੈ। ਰਾਜਾ ਵੜਿੰਗ ਨੇ ਬਿਆਨ ਦਿੱਤਾ ਹੈ। ਭਾਰਤ ਜੋੜੋ ਯਾਤਰਾ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਵੀ ਤੇਜ਼ ਕੀਤੀਆਂ ਗਈਆਂ ਨੇ। ਰਜਿੰਦਰ ਕੌਰ ਪੱਠਲ, ਸ਼ਮਸ਼ੇਰ ਸਿੰਘ ਦੂਲੋ ਤੇ ਲਾਲ ਸਿੰਘ ਸ਼ਾਮਿਲ ਹੋਏ ਨੇ ਇਸ ਮੀਟਿੰਗ ਦੇ ਵਿੱਚ। ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕ ਕਰਨ ਦੇ ਲਈ ਯਾਤਰਾ ਕੱਢੀ ਜਾ ਰਹੀ ਹੈ। ਯਾਤਰਾ ਪਿੱਛੇ ਕੋਈ ਸਿਆਸੀ ਮਕਸਦ ਨਹੀਂ ਹੈ। ਪੰਜਾਬ ਦੇ ਵਿੱਚ ਯਾਤਰਾ ਦੀ ਤਿਆਰੀਆਂ ਨੂੰ ਲੈ ਕੇ 18 ਕਮੇਟੀਆਂ ਬਣਾਈਆਂ ਗਈਆਂ ਨੇ। 11 ਜਨਵਰੀ ਨੂੰ ਪੰਜਾਬ ਆਵੇਗੀ ਯਾਤਰਾ ਔਰ ਪੰਜਾਬ ਤੋਂ ਹੁੰਦੇ ਹੋਏ ਜੰਮੂ ਕਸ਼ਮੀਰ ਦੇ ਵਿੱਚ ਦਾਖਲ ਹੋਣਾ ਹੈ। ਸੋ ਜੰਮੂ ਕਸ਼ਮੀਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਸੈਕਿੰਡ ਲਾਸਟ ਪੜਾਅ ਜਿਹੜਾ ਹੈਗਾ ਉਹ ਪੰਜਾਬ ਹੈ ਤੇ ਪੰਜਾਬ ਕਾਂਗਰਸ ਇਸੇ ਲਈ ਪੂਰੀ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਕਰ ਰਹੀ ਹੈ ਰਾਹੁਲ ਗਾਂਧੀ ਦੀ ਯਾਤਰਾ ਨੂੰ ਲੈ ਕੇ। लगता है कि अज आज़ादी तो बाद अज भारत जोड़ो दी बड़ी ज़रूरत सी। जान कि देश नू जोड़ना, देश दे तमाम जिस तरह दा हालात बनते जा रहे हैं सब नू नाल लेके चलना हर फिरके दे लोकां नू। सो इस करके भारत जोड़ो ये यात्रा जिहड़ी है
ਉਹ 8 ਦਿਨ ਦੇ ਕਰੀਬ ਪੰਜਾਬ ਦੇ ਵਿੱਚ ਰਹੇਗੀ। ਮਾਰਨਿੰਗ ਸਵੇਰ ਹੁਣ ਤੱਕ ਦਾ ਸ਼ਡਿਊਲ ਇਹੀ ਹੈ ਕਿ 6 ਵਜੇ ਤੋਂ ਸ਼ੁਰੂ ਹੋਇਆ ਕਰੇਗੀ ਤੇ ਸ਼ਾਮੀ 6 ਵਜੇ ਤੱਕ ਖਤਮ ਹੋਏਗੀ। ਇਹ ਪਹਿਲਾਂ 15 ਕਿਲੋਮੀਟਰ ਤੇ ਫਿਰ 12-13 ਕਿਲੋਮੀਟਰ ਜਾਂ 10 ਕਿਲੋਮੀਟਰ ਦਾ ਪੜਾਅ, 25 ਕਿਲੋਮੀਟਰ ਇਜ਼ ਅ ਮੈਕਸਿਮਮ ਲਿਮਿਟ ਜਿਹੜੀ ਇਹ ਤੈਅ ਕਰਿਆ ਕਰੇਗੀ। ਸੋ ਪੂਰਨ ਉਮੀਦ ਹੈ ਕਿ 10 ਤਰੀਕ ਨੂੰ ਰਾਹੁਲ ਗਾਂਧੀ ਜੀ ਸਾਡੇ ਕੋਲੇ ਰਾਤ ਨੂੰ ਸ਼ਾਮ ਨੂੰ ਕਿਸੇ ਵੇਲੇ ਪੰਜਾਬ ਐਂਟਰ ਕਰਨਗੇ। ਸੋ ਇਹਦੇਗਾ ਮੁਕੰਮਲ ਤਿਆਰੀਆਂ ਅੱਜ ਸੀਨੀਅਰ ਲੀਡਰ ਸਾਹਿਬਾਨਾਂ ਨਾਲ, ਮੈਡਮ ਭੱਠਲ ਨਾਲ, ਲਾਲ ਸਿੰਘ ਜੀ ਨਾਲ, ਦੁੱਲੋ ਸਾਹਿਬ ਨਾਲ, ਸੰਤੋਸ਼ ਚੌਧਰੀ, ਇਹ तमाम ਸੀਨੀਅਰ ਲੀਡਰਸ ਨੂੰ ਨਿਯੋਤਾ ਦਿੱਤਾ ਗਿਆ ਸੀਗਾ। ਉਹਨਾਂ ਦੇ ਸੁਝਾਅ ਲਏ ਗਏ, ਉਹਨਾਂ ਦੀਆਂ ਕੋਈ ਜਿਹੜੀਆਂ ਸਲਾਹਾਂ ਸੀਗੀਆਂ ਉਹ ਲਈਆਂ ਗਈਆਂ ਔਰ ਇਹ ਲੋਕ ਵੀ ਭਾਰਤ ਜੋੜੋ ਯਾਤਰਾ ਸ਼ਾਮਲ ਹੋਣਗੇ। ਪੰਜਾਬ ਇਸ ਯਾਤਰਾ ਨੂੰ ਅੱਡੀਆਂ ਚੱਕ ਕੇ ਢੀਕ ਰਿਹਾ ਹੈ। ਅੱਜ ਸਾਨੂੰ ਸਾਰੀ ਜਿਹੜੀ ਮੀਟਿੰਗ ਇਹਨਾਂ ਨੇ ਬੁਲਾਇਆ ਸਾਰੇ ਸੀਨੀਅਰ ਕਾਂਗਰਸਮੈਨ, ਕੋਈ ਪ੍ਰਧਾਨ, ਕੋਈ ਕੁਛ ਜਿਹੜੇ ਵੀ ਰਹੇ ਨੇ, ਉਹਦੇ ਵਿੱਚ ਸਾਰੇ ਇੰਤਜ਼ਾਮ ਜਿਹੜੇ ਇਹਨਾਂ ਨੇ ਹੁਣ ਤੱਕ ਕੀਤੇ ਹੈਗੇ ਨੇ ਉਹਨਾਂ ਦੇ ਮੁਤਾਬਕ ਸਾਨੂੰ ਜਾਣਕਾਰੀ ਕਿੱਥੇ ਕਿੱਥੇ ਕਿਸ ਤਰ੍ਹਾਂ ਹੈਗਾ ਤੇ ਕਿੱਥੇ ਮਿਲਣਾ ਹੈਗਾ, ਉਹਦੇ ਮੁਤਾਬਕ ਸਾਨੂੰ ਉਹਨਾਂ ਸੱਦਿਆ ਸੀਗਾ ਸਾਰਿਆਂ ਨੂੰ। ਅਸੀਂ ਸਾਰੀ ਮੀਟਿੰਗ ਸ਼ਾਮਲ ਹੋ ਰਹੇ ਹਾਂ ਔਰ ਬੜਾ ਹੀ ਅੱਛਾ ਇਸ ਯਾਤਰਾ ਦਾ ਪ੍ਰਭਾਵ ਪੈ ਰਿਹਾ ਕਿਉਂਕਿ ਇਹ ਦੇਸ਼ ਦੇ ਵਿੱਚੋਂ ਨਫ਼ਰਤ ਮਿਟਾਉਣ ਲਈ ਭਾਰਤ ਜੋੜੋ ਨਫ਼ਰਤ ਛੋੜੋ ਇਸ ਨਾਅਰੇ ਨੂੰ ਲੈ ਕੇ ਔਰ ਹੋਰ ਲੋਕ ਜਿਹੜੇ ਦਰਮਿਆਨੇ ਲੋਕ ਨੇ, ਸਾਡੇ ਵੱਡੇ ਲੋਕ ਨੇ, ਗਰੀਬ ਲੋਕ ਨੇ, ਹਰ ਵਰਗ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਲੈ ਕੇ ਅੱਜ ਹਿੰਦੁਸਤਾਨ ਕਿੱਧਰ ਨੂੰ ਜਾ ਰਿਹਾ ਹੈ ਤੇ ਇਸ ਹਿੰਦੁਸਤਾਨ ਨੂੰ ਅਸਲੀ ਉਹੀ ਪੁਰਾਣਾ ਹਿੰਦੁਸਤਾਨ ਬਣਾਉਣ ਲਈ ਰਾਹੁਲ ਜੀ ਜੋ ਸਾਡੇ ਲੈ ਕੇ ਯਾਤਰਾ ਨਿਕਲੇ ਹੈ, ਭਰਪੂਰ ਸ਼ਲਾਘਾ, ਭਰਪੂਰ ਸਮਰਥਨ ਮਿਲ ਰਿਹਾ ਉਹਨਾਂ ਨੂੰ। ਅੱਛੇ ਕਾਰਜ ਚੱਲੇ ਨੇ। ਜਾਂ ਇਹ ਯਾਤਰਾ ਮਹਾਤਮਾ ਗਾਂਧੀ ਜੀ ਨੇ ਡਾਂਡੀ ਮਾਰਚ ਵਿੱਚ ਕੀਤੀ ਸੀ ਤੇ ਜਾਂ ਇਹ ਯਾਤਰਾ ਅੱਜ ਰਾਹੁਲ ਗਾਂਧੀ ਜੀ ਕਰ ਰਹੇ ਨੇ। ਅਸੀਂ ਸਾਰੇ ਇਕਜੁੱਟ ਤੇ 6 ਵਜੇ ਦੀ ਤੀਜੀ ਬਿਗ ਬ੍ਰੇਕਿੰਗ, ਸਰਨਾ ਭਰਾਵਾਂ ਦੇ ਖਿਲਾਫ ਜਥੇਦਾਰ ਨੂੰ ਸ਼ਿਕਾਇਤ ਦਿੱਤੀ ਗਈ ਹੈ। ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੇ ਚਿੱਠੀ ਲਿਖੀ ਹੈ। ਸਰਨਾ ਭਰਾਵਾਂ ਤੇ ਪੰਥ ਵਿਰੋਧੀ ਕੰਮ ਕਰਨ ਦਾ ਇਲਜ਼ਾਮ ਲਾਇਆ ਗਿਆ ਹੈ। ਸਰਨਾ ਭਰਾਵਾਂ ਤੇ ਦਿੱਲੀ ਗੁਰਦੁਆਰਾ ਕਮੇਟੀ ਨੇ ਸ਼ਿਕਾਇਤ ਦਰਜ ਕਰਾਈ ਹੈ। ਸਰਨਾ ਭਰਾਵਾਂ ਤੇ ਪੰਥ ਵਿਰੋਧੀ ਕੰਮ ਕਰਨ ਦਾ ਇਲਜ਼ਾਮ ਲਾਇਆ ਹੈ। ਤੀਜੀ ਬਿਗ ਬ੍ਰੇਕਿੰਗ 6 ਵਜੇ ਦੀ ਸਰਨਾ ਭਰਾਵਾਂ ਦੇ ਖਿਲਾਫ ਸ਼ਿਕਾਇਤ ਜਿਹੜੀ ਹੈਗੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖਤੀ ਤੌਰ ਤੇ ਦਿੱਤੀ ਗਈ ਹੈ। ਕਰੋੜਾਂ ਰੁਪਏ ਸਰਨਾ ਭਰਾਵਾਂ ਲਈ SGPC ਖਰਚ ਕਰ ਰਹੀ ਹੈ ਤੇ ਇਹ ਸਾਰਾ ਸੰਗਤ ਦਾ ਪੈਸਾ ਲੁਟਾਇਆ ਜਾ ਰਿਹਾ ਹੈ। ਜਥੇਦਾਰ ਤੋਂ ਤੁਰੰਤ ਇਸ ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ। ਸਰਨਾ ਭਰਾਵਾਂ ਨੂੰ ਪੰਚੋ ਛੇਕਣ ਦੀ ਵੀ ਮੰਗ ਕੀਤੀ ਗਈ ਹੈ। ਨਾਲ ਹੀ ਇਲਜ਼ਾਮ ਲਾਇਆ ਕਿ ਸਰਨਾ ਭਰਾਵਾਂ ਦੀਆਂ ਕੰਪਨੀਆਂ ਸ਼ਰਾਬ ਤਸਕਰੀ ਵਿੱਚ ਵੀ ਸ਼ਾਮਲ ਨੇ ਅਤੇ ਇਹਨਾਂ ਨੇ 84 ਸਿੱਖ ਨਸਲਕੁਸ਼ੀ ਦੇ ਮੁਲਜ਼ਮਾਂ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ। ਨਿਊਜ਼ 18 ਤੇ ਸਰਨਾ ਨੇ ਸਫਾਈ ਦਿੱਤੀ ਹੈ, ਮੇਰੇ ਤੇ ਝੂਠੇ ਇਲਜ਼ਾਮ ਲਾਏ ਜਾ ਰਹੇ ਨੇ। ਉਹਨਾਂ ਕਿਹਾ ਹੈ ਕਿ ਮੈਂ ਚਾਹੁੰਦਾ ਹਾਂ ਕਿ ਜਥੇਦਾਰ ਕੇਸ ਦੀ ਪੈਰਵੀ ਕਰਨ, ਮੈਨੂੰ SGPC ਦੇ ਪੈਸੇ ਦੀ ਲੋੜ ਨਹੀਂ। ਸਰਨਾ ਨੇ ਕਿਹਾ ਮੈਂ ਕਦੇ SGPC ਦਾ 1 ਰੁਪਈਆ ਵੀ ਨਹੀਂ ਲਿਆ। DSTMC ਤੋਂ 9 ਸਾਲਾਂ ਦਾ ਹਿਸਾਬ ਮੰਗਿਆ ਜਾਵੇ, ਇਹ ਕਿਹਾ ਪਰਮਜੀਤ ਸਿੰਘ ਸਰਨਾ ਨੇ। ਇਹ ਪੱਤਰ ਜਥੇਦਾਰ ਸਾਹਿਬ ਨੂੰ ਦਿੱਤਾ ਹੈ। ਉਸ ਦੇ ਵਿੱਚ ਅਸੀਂ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਜਿੱਥੇ ਸਰਨਾ ਭਰਾਵਾਂ ਦੀਆਂ ਪੰਥ ਵਿਰੋਧੀ, ਕੌਮ ਵਿਰੋਧੀ ਔਰ ਉਹਨਾਂ ਦੇ ਪਰਿਵਾਰਾਂ ਦੀ ਨਸ਼ੇ ਦੇ ਵਿੱਚ ਇਨਵੋਲਵਮੈਂਟ ਹੋਣ ਦੇ ਬਾਵਜੂਦ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਤੇ ਜਥੇਦਾਰ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਆ ਕਿ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਤਲਬ ਕੀਤਾ ਜਾਏ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਕਿ ਜਥੇਦਾਰ ਸਾਹਿਬ ਨੇ ਜੋ ਹੁਕਮ ਕੀਤਾ ਸੀ ਕਿ ਉਹ ਇਕਰਾਰਨਾਮਾ ਵੀ ਜਗ ਜ਼ਾਹਿਰ ਕਰਨ ਔਰ ਆਪਣਾ ਚੈਨਲ ਜਿਹੜਾ ਸ਼ੁਰੂ ਕਰਨ, ਉਸ ਦਾ ਵੀ ਜਥੇਦਾਰ ਸਾਹਿਬ ਦੇ ਹੁਕਮ ਦੀ ਜਿਹੜੀ ਆ ਉਲੰਘਣਾ ਹੈ ਔਰ ਜੋ ਬਣਦੀ ਕਾਰਵਾਈ ਆ ਉਹ ਇਹਨਾਂ ਦੇ ਖਿਲਾਫ। ਸਰਨਾ ਭਰਾ ਜਿਹੜੇ ਕਿ ਸ਼ੁਰੂ ਤੋਂ ਹੀ ਪੰਥ ਵਿਰੋਧੀ ਕਾਰਜਾਂ ਦੇ ਵਿੱਚ ਇਨਵੋਲਵ ਰਹੇ ਆ, ਜੋ ਉਹਨਾਂ ਦੇ ਪਰਿਵਾਰ ਵੱਲੋਂ ਸ਼ਰਾਬ ਦੇ ਨਸ਼ੇ ਦੇ ਕਾਰੋਬਾਰ ਕੀਤੇ ਜਾ ਰਹੇ ਆ, ਜਿਸ ਵਿੱਚ ਉਹਨਾਂ ਦੇ ਪਰਿਵਾਰ ਨੂੰ ED ਤੇ CBI ਵੱਲੋਂ ਨੋਟਿਸ ਭੇਜੇ ਗਏ, ਬੁਲਾਇਆ ਗਿਆ, ਪੁੱਛਗਿੱਛ ਕੀਤੀ ਗਈ, ਕੋਰਟ ਦੇ ਵਿੱਚ ਕੇਸ ਉਹਨਾਂ ਦੇ ਖਿਲਾਫ ਸ਼ੁਰੂ ਹੋਏ ਆ। ਸ਼ਰਾਬ ਦੇ ਨਸ਼ਿਆਂ ਦੇ ਵਿੱਚ ਕਾਰੋਬਾਰ ਦੇ ਵਿੱਚ ਪਏ ਹੋਣ ਔਰ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲਕ ਦੀ ਦੁਰਵਰਤੋਂ ਕਰਕੇ ਉਹਨਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੋਏ, ਇਸ ਦੇ ਬਾਰੇ ਵੀ ਅਸੀਂ ਜਥੇਦਾਰ ਸਾਹਿਬ ਨੂੰ ਜਾਣਕਾਰੀ ਦਿੱਤੀ ਹੈ। ਇੱਕ ਪਾਸੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 1984 ਦੇ ਕਾਤਲਾਂ ਨੂੰ, 1984 ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਰਾਤ ਦਿਨ ਇੱਕ ਕਰ ਰਹੀ ਹੈ, ਪਰ ਦੂਸਰੇ ਪਾਸੇ
ਸਰਨਾ ਭਰਾਵਾਂ ਨੇ ਜਿਵੇਂ ਪਹਿਲੇ ਕੋਸ਼ਿਸ਼ ਕੀਤੀ ਆ, ਅੱਜ ਵੀ ਉਹ ਉਹਨਾਂ ਦੇ ਸੰਪਰਕ ਦੇ ਵਿੱਚ, ਸੂਤਰਾਂ ਤੋਂ ਪਤਾ ਲੱਗਦਾ ਹੈ ਕਿ ਅੱਜ ਵੀ ਉਹਨਾਂ ਦੇ ਸੰਪਰਕ ਦੇ ਵਿੱਚ ਆ ਔਰ ਕਿਤੇ ਨਾ ਕਿਤੇ ਉਹਨਾਂ ਨੂੰ ਸ਼ੈਲਟਰ ਦੇਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਆ। ਹਮੇਸ਼ਾ ਹੀ ਸਿੱਖ ਵਿਰੋਧੀ ਕੰਮਾਂ ਦੇ ਵਿੱਚ ਇਹ ਇਨਵੋਲਵ ਰਹੇ ਆ। ਤੇ 6 ਵਜੇ ਦੀ ਦੂਜੀ ਬਿਗ ਬ੍ਰੇਕਿੰਗ, ਦਿੱਲੀ ਨਗਰ ਨਿਗਮ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ। ਹੰਗਾਮੇ ਕਰਕੇ ਅਜਮੇਰ ਦੀ ਚੋਣ ਨਹੀਂ ਹੋ ਸਕੀ। ਆਮ ਆਦਮੀ ਪਾਰਟੀ ਅਤੇ ਬੀਜੇਪੀ ਦੇ ਕੌਂਸਲਰ ਆਮੋ ਸਾਹਮਣੇ ਹੋਏ ਨੇ। ਕੌਂਸਲਰਾਂ ਦੇ ਵਿਚਾਲੇ ਜ਼ਬਰਦਸਤ ਹੱਥੋਂ ਪਾਈ ਵੀ ਹੋਈ ਹੈ। ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ। ਮੇਅਰ ਦੀ ਚੋਣ ਅੱਜ ਨਹੀਂ ਹੋ ਸਕੀ। ਦੂਜੀ ਬਿਗ ਬ੍ਰੇਕਿੰਗ 6 ਵਜੇ ਦੀ ਆਮ ਆਦਮੀ ਪਾਰਟੀ ਅਤੇ ਬੀਜੇਪੀ ਦੇ ਕੌਂਸਲਰ ਆਮੋ ਸਾਹਮਣੇ ਹੋ ਗਏ ਦਿੱਲੀ ਨਗਰ ਕਾਰਪੋਰੇਸ਼ਨ ਦੇ ਵਿੱਚ, ਜਿੱਥੇ ਕੌਂਸਲਰਾਂ ਦੇ ਵਿਚਾਲੇ ਧੱਕਾ ਮੁੱਕੀ ਹੋਈ ਹੈ, ਹੱਥੋਂ ਪਾਈ ਹੋਈ ਹੈ ਔਰ ਦੋਵਾਂ ਨੇ ਇੱਕ ਦੂਜੇ ਤੇ ਇਲਜ਼ਾਮ ਲਾਏ ਨੇ। ਹੰਗਾਮਾ ਇੰਨਾ ਵਧਿਆ ਕਿ ਕਾਰਵਾਈ ਮੁਲਤਵੀ ਕਰਨੀ ਪਈ। ਮੇਅਰ ਦੀ ਚੋਣ ਅੱਜ ਕਰਨੀ ਸੀਗੀ, ਮੇਅਰ ਦੀ ਚੋਣ ਨਹੀਂ ਹੋ ਸਕੀ। ਐਮਸੀਡੀ ਦਾ ਗਣਿਤ ਜਿਹੜਾ ਹੈਗਾ ਮੇਅਰ ਚੋਣ ਦੇ ਵਿੱਚ ਕੁੱਲ 273 ਵੋਟਾਂ ਨੇ, ਜਿਨ੍ਹਾਂ ਚੋਂ ਆਮ ਆਦਮੀ ਪਾਰਟੀ ਕੋਲ 134 ਕੌਂਸਲਰਾਂ ਦਾ ਸਮਰਥਨ ਹੈ, ਬੀਜੇਪੀ ਕੋਲ 105 ਕੌਂਸਲਰ ਨੇ, ਕਾਂਗਰਸ ਕੋਲ 9 ਅਤੇ ਬਾਕੀਆਂ ਕੋਲ 2 ਕੌਂਸਲਰ ਨੇ। ਬੀਜੇਪੀ ਦੇ 105 ਕੌਂਸਲਰ, 7 ਸੰਸਦਾਂ ਦੀਆਂ ਵੋਟਾਂ ਅਤੇ 1 ਵਿਧਾਇਕ ਦੀ ਵੋਟ ਹੈ, ਯਾਨੀ ਕੁੱਲ ਵੋਟਾਂ ਬੀਜੇਪੀ ਦੇ ਕੋਲ 113 ਨੇ। ਆਮ ਆਦਮੀ ਪਾਰਟੀ ਦੇ ਕੋਲ 134 ਕੌਂਸਲਰ ਨੇ, 3 ਮੈਂਬਰ ਪਾਰਲੀਮੈਂਟ ਰਾਜ ਸਭਾ ਵਾਲੇ ਤੇ 13 ਵਿਧਾਇਕਾਂ ਦੀਆਂ ਵੋਟਾਂ ਨੇ, ਯਾਨੀ ਆਮ ਆਦਮੀ ਪਾਰਟੀ ਕੋਲ ਕੁੱਲ 150 ਵੋਟਾਂ ਨੇ। ਤੇ ਕਾਂਗਰਸ ਜੇਕਰ ਇਸ ਚੋਣ ਦੇ ਵਿੱਚ ਸ਼ਾਮਿਲ ਨਹੀਂ ਹੁੰਦੀ, ਕਾਂਗਰਸ ਜਿਸ ਤਰੀਕੇ ਖੁਦ ਨੂੰ ਇਸ ਚੋਣ ਤੋਂ ਦੂਰ ਰੱਖ ਰਹੀ ਹੈ, ਅਜਿਹੇ ਵਿੱਚ ਬਹੁਮਤ ਦਾ ਅੰਕੜਾ 133 ਦਾ ਰਹਿ ਜਾਏਗਾ। 133 ਦੇ ਅੰਕੜੇ ਨੂੰ ਛੂਣਾ ਆਮ ਆਦਮੀ ਪਾਰਟੀ ਦੇ ਲਈ ਕੋਈ ਔਖਾ ਨਹੀਂ ਹੈ। ਪਰ ਅੱਜ ਜੋ ਕੁਝ ਹੰਗਾਮਾ ਹੋਇਆ ਉਸ ਸਭ ਦੇ ਵਿਚਾਲੇ ਇਲਜ਼ਾਮ ਆਮ ਆਦਮੀ ਪਾਰਟੀ ਨੇ ਬੀਜੇਪੀ ਤੇ ਲਾਏ ਨੇ ਕਿ ਬੀਜੇਪੀ ਜਾਣਬੁੱਝ ਕੇ ਅਜਿਹਾ ਕਰ ਰਹੀ ਹੈ। ਲੋਕਾਂ ਨੇ ਬੀਜੇਪੀ ਨੂੰ ਹਰਾ ਦਿੱਤਾ ਹੈ ਤਾਂ ਇਸ ਕਰਕੇ ਬੀਜੇਪੀ ਅਜਿਹਾ ਕਰ ਰਹੀ ਹੈ ਆਮ ਆਦਮੀ ਪਾਰਟੀ ਦੇ ਨਾਲ। ਉਧਰ ਬੀਜੇਪੀ ਦੇ ਕੌਂਸਲਰ ਜਿਹੜੇ ਸੀਗੇ, ਬੀਜੇਪੀ ਦੇ ਆਗੂ ਜਿਹੜੇ ਸੀਗੇ, ਉਹ ਆਮ ਆਦਮੀ ਪਾਰਟੀ ਤੇ ਹਮਲਾਵਰ ਹੁੰਦੇ ਨਜ਼ਰ ਆਏ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਮਹਿਲਾਵਾਂ ਦੇ ਨਾਲ ਦੁਰਵਿਵਹਾਰ ਕੀਤਾ ਹੈ, ਉਹਨਾਂ ਨੂੰ ਜ਼ਖਮੀ ਕੀਤਾ ਹੈ। ਇਸ ਤਰੀਕੇ ਦੇ ਇਲਜ਼ਾਮ बीजेपी के ਵੱਲੋਂ ਲਾਏ गए। हज कमेटी के मेंबर हमेशा दिल्ली सरकार द्वारा नियुक्त किए जाते हैं, फाइल एलजी के पास भेजी जाती है और वो साइन करके वापस भेजते हैं। आज तक दिल्ली सरकार के इतिहास में ऐसा नहीं हुआ है कि जो नाम दिल्ली सरकार द्वारा भेजे गए हों उनको रिप्लेस करके कोई एक नया नाम हज कमेटी में एलजी द्वारा डाला गया। और किसका नाम डाला एलजी ने? कांग्रेस की लीडर ऑफ द हाउस नाजिया दानिश का नाम भारतीय जनता पार्टी के नुमाइंदे एलजी साहब ने डाला है। ये क्या दिखा रहा है? ये स्पष्ट तौर पे दिखा रहा है कि भारतीय जनता पार्टी में और कांग्रेस में डील हुई है। नाजिया दानिश को हज कमेटी की मेंबरशिप दी गई है और इन रिटर्न उन्होंने कांग्रेस के पार्षदों का आज की वोटिंग से वॉकआउट इंश्योर किया है कि भारतीय जनता पार्टी को स्टैंडिंग कमेटी के चुनाव में फायदा पहुंच सके। इसमें कभी नहीं हुआ। अराजक लोग हैं और शर्मनाक है कि जिस तरह से व्यवस्था, संवैधानिक व्यवस्था के अनुसार प्रिजाइडिंग ऑफिसर पीठासीन अधिकारी को बिठाया गया है। ये उनका प्रेरोगेटिव है। अपर हाउस भी होता है और लोकसभा होती है और राज्यसभा अपर हाउस होता है। इसी प्रकार से अगर उन्होंने अपने 10 मेंबर्स जो नॉमिनेट किए गए हैं उनको शपथ दिलानी है, उनसे पहल करी है। इनको क्या प्रॉब्लम है उसमें? इन्हें सिर्फ और सिर्फ हंगामा करना होता है और हंगामा इसलिए कि इनका डर है। डर ये है, इन्हें अंदर से लग रहा है कि हमारे ही लोग टूट ना गए हों और ये अपनी जो ये मेयर को खड़ा किया है उसके खिलाफ इन्हीं के अंदर के लोग बिखरे हुए हैं और वो हैं, तो इसलिए इनको डर लग रहा है। इस कारण से ये होने नहीं देना चाह रहे, बिकॉज इन्हें फेस लॉस का डर है। नहीं तो इनके 151 है। हमें साफ नीयत से आए थे, वोटिंग करने गए थे, ग्रेसफुली हो जाना चाहिए था। उनके लोगों ने शोर शराबा, टेबल पे चढ़ के इतना शोर शराबा मचाया, तो उसके बाद ऐसा हो रहा, शोरगुल उधर से शुरू हुआ, डिस्टर्बेंस उधर से शुरू हुई। आप वहाँ मौजूद थे, जो दृश्य दिखाए जा रहे हैं, जो अंगूठा घायल है, कपड़े फाड़ दिए गए, क्यों हुआ ऐसा और कौन उसके लिए बहुत तकलीफ दे है। इससे हासिल क्या होगा? अच्छे तरीके से ग्रेसफुली ये हो जाना चाहिए था। बस खाम खा एक तरफ कह रहा है मेजॉरिटी है, उनको अच्छा अक्सरियत मिली है, अपना आराम से वोटिंग हो देनी चाहिए। कब तक अब इंतजार करते रहेंगे यहाँ बैठकर? करते हैं, पेशेंस है, हमें तो सिखाया ही है। ਤੇ 6 ਵਜੇ ਦੀ ਪਹਿਲੀ ਬਿਗ ਬ੍ਰੇਕਿੰਗ ਜਿਹੜੀ ਜੁੜੀ ਹੋਈ ਹੈ ਪੰਜਾਬ ਕੈਬਨਿਟ ਦੇ ਫੈਸਲੇ ਦੇ ਨਾਲ। ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਸੀ ਅੱਜ। ਕਈ ਅਹਿਮ ਫੈਸਲੇ ਜਿਹੜਾ ਹੈਗਾ ਲਏ ਗਏ ਨੇ। ਅਸਾਮੀਆਂ ਭਰਨ ਤੋਂ ਲੈ ਕੇ
ਕਈ ਸਾਰੇ ਸਿਸਟਮ ਨੂੰ ਲੈ ਕੇ ਕਈ ਸਾਰੇ ਫੈਸਲੇ ਨੇ। ਮਿਲਕਫੈਡ ਦੇ ਵਿੱਚ ਜਿਹੜਾ ਹੈਗਾ ਭਰਤੀਆਂ ਕੀਤੀਆਂ ਜਾਣਗੀਆਂ। ਵੇਰਕਾ ਮਿਲਕ ਪਲਾਂਟ ਦੇ ਵਿੱਚ ਨਵੀਆਂ 500 ਭਰਤੀਆਂ ਹੋਣਗੀਆਂ। ਇਸ ਨੂੰ ਹਰੀ ਝੰਡੀ ਦਿੱਤੀ ਗਈ ਹੈ। ਚੰਡੀਗੜ੍ਹ ਸਕੱਤਰੇਤ ਜਿਹੜਾ ਹੈਗਾ ਸਿਵਲ ਸਕੱਤਰੇਤ ਉਸ ਦੇ ਵਿੱਚ 150 ਸੇਵਾਦਾਰਾਂ ਦੀ ਭਰਤੀ ਹੋਵੇਗੀ। ਇਸ ਨੂੰ ਹਰੀ ਝੰਡੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਕੂਲਾਂ ਦਾ ਸਿਸਟਮ ਜਿਹੜਾ ਹੈਗਾ ਉਹ ਸੁਧਾਰਿਆ ਜਾਵੇਗਾ। ਸਕੂਲਾਂ ਦੇ ਅੰਦਰ ਸਫਾਈ ਮੁਲਾਜ਼ਮ ਜਿਹੜੇ ਨੇ, ਸਫਾਈ ਕਰਮਚਾਰੀ ਜਿਹੜੇ ਨੇ ਉਹ ਤਾਇਨਾਤ ਕੀਤੇ ਜਾਣਗੇ। ਪਿਊਨ ਜਿਹੜੇ ਨੇ ਉਹ ਤਾਇਨਾਤ ਕੀਤੇ ਜਾਣਗੇ। ਇਸ ਦੇ ਨਾਲ ਜਿਹੜਾ ਹੈਗਾ ਸਕ੍ਰੈਪਿੰਗ ਪਾਲਿਸੀ ਜਿਹੜੀ ਹੈਗੀ ਹੈ ਉਸ ਦਾ ਵੀ ਐਲਾਨ ਕੀਤਾ ਗਿਆ। ਸਕ੍ਰੈਪਿੰਗ ਪਾਲਿਸੀ ਦੇ ਅਧੀਨ ਨਵੀਆਂ ਗੱਡੀਆਂ ਦੀ ਰਜਿਸਟ੍ਰੇਸ਼ਨ ਹੋਵੇਗੀ। ਕਾਰ ਨੂੰ ਸਕ੍ਰੈਪ ਕਰਨ ਤੇ ਰਜਿਸਟ੍ਰੇਸ਼ਨ ਦੇ ਵਿੱਚ ਛੋਟ ਮਿਲੇਗੀ। ਸਕੂਲਾਂ ਵਿੱਚ ਸਫਾਈ ਤੇ ਸੁਰੱਖਿਆ ਲਈ 33 ਕਰੋੜ ਰੁਪਏ ਜਾਰੀ ਕੀਤੇ ਗਏ ਨੇ। ਕਈ ਅਹਿਮ ਫੈਸਲੇ ਅੱਜ ਪੰਜਾਬ ਦੀ ਕੈਬਨਿਟ ਨੇ ਲਏ ਨੇ। ਕੈਬਨਿਟ ਦੀ ਮੀਟਿੰਗ ਜਿਹੜੀ ਹੋਈ ਸੀਗੀ ਉਸ ਦੇ ਵਿੱਚ ਸਾਰੇ ਅਹਿਮ ਫੈਸਲੇ ਲਏ ਗਏ ਨੇ। ਡਿਪਾਰਟਮੈਂਟ ਦੇ ਅੰਦਰ ਜਿਹੜਾ ਕਿ ਪੰਜਾਬ ਦਾ ਇੱਕ ਅਹਿਮ ਡਿਪਾਰਟਮੈਂਟ ਆ, ਜਿਹਦੇ ਵਿੱਚ ਲਗਭਗ ਪਿਛਲੇ 5 ਸਾਲਾਂ ਦੇ ਉੱਤੋਂ 500 ਤੋਂ ਵੱਧ ਅਸਾਮੀਆਂ, ਪਿਛਲੇ 5 ਸਾਲਾਂ ਦੌਰਾਨ 500 ਤੋਂ ਵੱਧ ਅਸਾਮੀਆਂ ਖਾਲੀ ਹੋਈਆਂ ਨੇਗੀਆਂ ਔਰ ਉਹ ਸਾਰੀਆਂ ਅਸਾਮੀਆਂ ਨੂੰ ਸਿੱਧੀ ਭਰਤੀ ਰਾਹੀਂ ਅਸੀਂ ਪ੍ਰਵਾਨਗੀ ਦਿੱਤੀ ਆ ਕਿ 500 ਅਸਾਮੀਆਂ ਗਰੁੱਪ ਸੀ ਅਤੇ ਡੀ ਦੀਆਂ ਮਿਲਕਫੈਡ ਡਿਪਾਰਟਮੈਂਟ ਜਿਹੜਾ ਹੈਗਾ ਉਹ ਭਰੂਗਾ। ਮੈਂ ਸਮਝਦਾ ਇਹਦੇ ਨਾਲ ਵੇਰਕਾ ਡਿਪਾਰਟਮੈਂਟ ਦੇ ਅੰਦਰ ਹੋਰ ਪਾਰਦਰਸ਼ਤਾ ਆਊਗੀ। ਵੇਰਕਾ ਡਿਪਾਰਟਮੈਂਟ ਦਾ ਮਿਲਕਫੈਡ ਦਾ ਜਿਹੜਾ ਕਾਰੋਬਾਰ ਆ ਉਹ ਹੋਰ ਵਧੂਗਾ ਔਰ 500 ਅਸਾਮੀਆਂ ਨੂੰ ਅੱਜ ਪੰਜਾਬ ਸਿਵਲ ਸੈਕਟਰੀਏਟ ਜਿੱਥੇ ਆਪਾਂ ਬੈਠੇ ਆ ਸਾਰੇ, ਇਸ ਦੇ ਅਧੀਨ ਵੀ ਇੱਥੇ ਜਿਹੜੀਆਂ 150 ਦੇ ਕਰੀਬ ਸੇਵਾਦਾਰ ਦੀਆਂ ਅਸਾਮੀਆਂ ਜਿਹੜੀਆਂ ਪ੍ਰਵਾਨਗੀ ਦਿੱਤੀ ਗਈ ਹੈ। ਤੇ ਨਾਲ ਹੀ 23 ਪੋਸਟਾਂ ਚੌਕੀਦਾਰਾਂ ਦੀਆਂ ਜਿਹੜੀਆਂ ਬਦਲੀ ਦੇ ਅਧੀਨ ਭਰੀਆਂ ਜਾਣਗੀਆਂ। ਪਰ ਲੇਕਿਨ 150 ਅਸਾਮੀਆਂ ਸੇਵਾਦਾਰ ਦੀਆਂ ਅਸੀਂ ਜਿਹੜੀਆਂ ਨੇ ਉਹ ਨਵੀਆਂ ਭਰਤੀ ਕਰਨ ਦੀ ਪ੍ਰਵਾਨਗੀ ਦਿੱਤੀ ਹੈ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਪਿਛਲੇ 5 ਸਾਲ ਤਾਂ ਕੋਈ ਪੰਜਾਬ ਦੇ ਲੋਕ ਇੱਥੇ ਆਉਂਦੇ ਨਹੀਂ ਸੀਗੇ। ਲਗਭਗ ਸੈਕਟਰੀਏਟ ਬੰਦ ਰਹਿੰਦਾ ਸੀਗਾ ਔਰ ਸਾਰੇ ਮੁੱਖ ਮੰਤਰੀ ਸਾਹਿਬ ਵੀ ਲੋਕਾਂ ਨੂੰ ਮਿਲਦੇ ਸੀਗੇ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਸਾਡੇ ਸਾਰੇ ਮੰਤਰੀ ਸਾਹਿਬਾਨ ਲਗਾਤਾਰ ਹਰ ਰੋਜ਼ ਜਦੋਂ ਵੀ ਇੱਥੇ ਕਦੇ ਮੀਟਿੰਗ ਹੁੰਦੀ ਆ ਜਾਂ ਆਪਣਾ ਕੰਮਕਾਰ ਹੁੰਦਾਗਾ ਲੋਕਾਂ ਨੂੰ ਮਿਲਦੇ ਸੀ। ਸੋ ਇਹ ਬਹੁਤ ਭਾਰੀ ਜਿਹੜੀ ਮੰਗ ਸੀਗੀ। ਸੋ ਅੱਜ 150 ਅਸਾਮੀਆਂ ਜਿਹੜੀਆਂ ਨੇਗੀਆਂ ਉਹਨਾਂ ਦੀ ਵੀ ਜਿਹੜੀ ਰਚਨਾ ਕੀਤੀ ਗਈ ਆ ਕਿ ਪੰਜਾਬ ਜਿਹੜਾ ਡਾਇਰੈਕਟੋਰੇਟ ਆਫ ਪਬਲਿਕ ਇੰਸਟਰਕਚਰ ਜਿਹੜਾ ਹੈ ਕਾਲਜਾਂ ਦਾ ਨਾਮ ਬਦਲ ਕੇ ਡਾਇਰੈਕਟੋਰੇਟ ਆਫ ਹਾਇਰ ਐਜੂਕੇਸ਼ਨ ਕੀਤਾ ਗਿਆ। ਜਿਹੜਾ ਪੁਰਾਣਾ ਨਾਮ ਸੀਗਾ ਉਹਦਾ ਨਾਮ ਬਦਲ ਕੇ ਅੱਜ ਡਾਇਰੈਕਟੋਰੇਟ ਆਫ ਹਾਇਰ ਐਜੂਕੇਸ਼ਨ ਕਰਨ ਦੀ ਜਿਹੜੀ ਪ੍ਰਵਾਨਗੀ ਆ ਉਹ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਅਧੀਨ ਕੈਬਨਿਟ ਦੇ ਦਿੱਤੀ ਹੈਗੀ। ਸੋ ਇਹ ਵੀ ਇੱਕ ਅਹਿਮ ਫੈਸਲਾ ਪੰਜਾਬ ਦੇ ਲੋਕਾਂ ਲਈ ਹੋਇਆਗਾ। ਔਰ ਇਸ ਤੋਂ ਬਿਨਾਂ ਹੋਰ ਅਹਿਮ ਫੈਸਲੇ ਹੋਏ ਨੇਗੇ ਕਿ ਜਿਹੜੀ ਇੱਕ ਨਵੀਂ ਇੱਕ ਅਸੀਂ ਖਾਸ ਕਰਕੇ ਜਿਹੜੀਆਂ ਰਜਿਸਟ੍ਰੇਸ਼ਨ ਹੁੰਦੀਆਂ ਸੀਗੀਆਂ ਟਰਾਂਸਪੋਰਟ ਦੇ ਅੰਦਰ ਬਹੁਤ ਵੱਡਾ ਅਹਿਮ ਫੈਸਲਾ ਹੋਇਆਗਾ। ਸਕ੍ਰੈਪਿੰਗ ਪਾਲਿਸੀ ਜਿਹੜੀ ਆ ਉਹਦੇ ਅਧੀਨ ਜਿਹੜੀਆਂ ਨਵੀਆਂ ਗੱਡੀਆਂ ਦੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਕੀਤੀ ਜਾਊਗੀ ਔਰ ਉਹਦੇ ਵਿੱਚ ਅਸੀਂ ਟੈਕਸ ਦੀ ਛੋਟ ਦਿੱਤੀ ਆ। ਔਰ ਪੁਰਾਣੀਆਂ ਗੱਡੀਆਂ ਜਿਨ੍ਹਾਂ ਦੇ ਕਰਕੇ ਮੈਂ ਸਮਝਦਾ ਕਾਫੀ ਸਾਰੇ ਕਿਤੇ ਨਾ ਕਿਤੇ ਬਹੁਤ ਸਾਰੇ ਐਕਸੀਡੈਂਟ ਵੀ ਹੁੰਦੇ ਸੀਗੇ, ਬਹੁਤ ਸਾਰਾ ਕਿਤੇ ਲਾਅ ਐਂਡ ਆਰਡਰ ਦੀ ਪੋਜੀਸ਼ਨ ਵੀ ਕਈ ਵਾਰ ਕ੍ਰੀਏਟ ਕਰ ਦਿੰਦੇ ਸੀਗੇ, ਉੱਥੇ ਵੀ ਕੋਈ ਨਾ ਕੋਈ ਹਰਡਲ ਕ੍ਰੀਏਟ ਕਰਦੇ ਸੀ। ਉਹਦੇ ਅਧੀਨ ਜਿਹੜਾ ਹੈਗਾ ਪੁਰਾਣੀਆਂ ਗੱਡੀਆਂ ਨੂੰ ਸਕ੍ਰੈਪ ਕੀਤਾ ਜਾਊਗਾ। ਤੇ ਜ਼ਿਆਦਾ ਇਹ ਲੋਕਾਂ ਵਾਸਤੇ ਸਹੂਲਤ ਤਾਂ ਲਿਆਂਦੀ ਆ ਕਿ ਜਿਹੜੀ ਕਮਰਸ਼ੀਅਲ ਵਹੀਕਲ ਆ, ਆਪਾਂ ਵੇਖਦੇ ਆ ਕਿ ਜਦੋਂ ਇਹ 8 ਸਾਲ 10 ਸਾਲ ਤੋਂ ਪੁਰਾਣਾ ਹੋ ਜਾਂਦਾ ਤੇ ਉਹ ਕਿਰਾਇਆ ਵਾਹ ਕੇ ਉਸ ਵਹੀਕਲ ਦੀ ਜਿਹੜੀ ਅਲਾਈਨਮੈਂਟ, ਟਾਇਰ, ਗੱਡੀ ਦੀ ਜਿਹੜੀ ਬੋਡੀ ਲੈਂਗੁਏਜ ਬਿਲਕੁਲ ਆਊਟ ਹੋਈ ਹੁੰਦੀ ਆ। 8 ਸਾਲ ਤੱਕ ਜੇ ਕੋਈ ਆਪਣਾ ਸਕ੍ਰੈਪ ਦੇ ਵਿੱਚ ਵਹੀਕਲ ਦੇ ਕੇ ਆਪਣਾ ਸਰਟੀਫਿਕੇਟ ਲੈ ਕੇ ਆਊਗਾ ਤੇ ਉਹਦੇ ਉੱਪਰ ਜਿਹੜੀ ਸਾਡੀ ਰਜਿਸਟ੍ਰੇਸ਼ਨ ਫੀਸ ਆ ਆਰਸੀ ਬਣ ਸਮੇਂ ਜਿਹੜੀ ਨਵੇਂ ਵਹੀਕਲ ਤੇ ਕਮਰਸ਼ੀਅਲ ਵਹੀਕਲ ਦੇ ਉੱਤੇ ਉਹ 15% ਤੱਕ ਛੂਟ ਕੀਤੀ ਜਾਊਗੀ। ਤੇ ਜੇ ਕੋਈ ਪਰਸਨਲ ਗੱਡੀ, ਪ੍ਰਾਈਵੇਟ ਗੱਡੀ ਆਪਣੀ 15 ਸਾਲ ਤੋਂ ਪਹਿਲਾਂ ਸਕ੍ਰੈਪ ਦੇ ਵਿੱਚ ਦੇ ਕੇ ਸਰਟੀਫਿਕੇਟ ਲੈ ਕੇ ਆਵੇਗਾ ਉਹਦੇ ਤੇ 25% ਤੱਕ ਜਿਹੜੀ ਰਜਿਸਟ੍ਰੇਸ਼ਨ ਫੀਸ ਆ 25% ਤੱਕ ਛੂਟ ਕੀਤੀ ਜਾਵੇਗੀ। ਤੇ ਮੇਨ ਇਸ ਕਰਕੇ ਕੀਤਾ ਗਿਆ ਕਿ ਆਪਾਂ ਵੇਖ ਰਹੇ ਹਾਂ ਪੰਜਾਬ ਦੇ ਵਿੱਚ ਦਿਨੋਂ ਦਿਨ ਪ੍ਰਦੂਸ਼ਣ ਵੱਧ ਰਿਹਾ।